सतनाम वाहिगुरु साहिब जी। सलोक महला दूजा। दिखिया आख बुझाया, सिवती सच समयो। तिनको क्या उपदेशिया, जिन गुर नानक देओ। महला पहला। आप बुझाए सोई बूझै, जिस आप सुझाए तिस सब किछ सूझै। कह कह कथना माया लूझै, हुक्मी सगल करे आकार। आपे जानै सर्ब विचार, अखर नानक अख्यो आ। लह भरात होवै जिस दात पौड़ी। हऊँ ढाडी विकार कर लाया, रात दह कह बार धुरों फरमाया। ढाडी सच्चे महल खसम बुलाया। सच्ची सिफत सलाह कपड़ा पाया। सच्चा अमृत नाम भोजन आया। गुरमती खादा रज तिन सुख पाया। ढाडी करे पसाओ शब्द बजाया। नानक सच सलाह पूरा पाया। ढाडी करे पसाओ शब्द बजाया। नानक सच सलाह पूरा पाया। वाहिगुरु जी का खालसा, वाहिगुरु जी की फतेह। धन गुरु अंगद देव जी महाराज पहले श्लोक दे विच बख्शिश कर रहे हैं। दिखिया आख बुझाया, सिफती सच समयो। तिनको क्या उपदेसी है, जिन गुर नानक देव। गुरु संगत जी, गुरु नानक साहब जी का जिहड़ा धर्म है ना, वो सिफत का धर्म है। ते सिफत भी उस परमात्मा अकाल पुरख वाहिगुरु की करनी है। ते करदा भी उही है साध संगत जी, जिन्हों परमात्मा बख्शिश करदा है। आपां रोजाना ही बचन पढ़ते हैं, जिसनों बख्शे सिफत सलाह नानक पातशाही पातशाह। उन्होंने बहुत बड़ा दर्जा सतगुरु महाराज देंदे। गुरु साहब कहते सदा सिफत सलाह तेरी नाम मन वसा। नाम जिनके मन वसिया, बाजे शब्द कनेरे। ये सिफत सलाह का धर्म है। पर असी उहदियां सिफतां जिन्नियां मर्जी करिए, जे आपां सारे मिल के भी करते हैं ना, उन्हें कोई फर्क कोई नहीं पैना। जे नहीं करते तां भी उन्हें कोई फर्क नहीं पैना। जे करांगे तो साडा जीवन सफल होएगा, नहीं करांगे साडा जीवन गिरावट दे विच जाएगा। उन्हें कोई फर्क नहीं है। जे सब मिलकर आखण पाहे वड्डा न होवे, घाट ना जाए। तो गुरु साहब कहते उहदी सिफत करनी, उहदे गुण गाउणे। पर गुण गाउणे हन, गुण गिणने नहीं हैं। परमात्मा के गुण गाउणे, गुरु साहब कहते किहड़े किहड़े गुण मैं उहदे याद करा।
ਉਹ ਤਾਂ ਗੁਣੀ ਨਿਧਾਨ ਹੈ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨ। ਉਹ ਤਾਂ ਬਹੁਤ ਵੱਡਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਸੁਲਤਾਨ ਕਹਾਂ ਮੀਆਂ, ਤੇਰੀ ਕਵਣ ਵਡਾਈ। ਮੈਂ ਤਾਂ ਉਹ ਕਹਿ ਰਿਹਾ ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਹਾਂ ਤੇਰੇ ਗੁਣ ਗਾਵਾਂ ਦੇ ਬੁਝਾਈ, ਮੈਨੂੰ ਸਮਝ ਦੇ, ਮੈਂ ਤੇਰੇ ਗੁਣਾਂ ਦੇ ਨਾਲ ਸਾਂਝ ਪਾਵਾਂ। ਤੇਰੇ ਗੁਣ ਗਾਵਾਂ ਦੇ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਪਰਮਾਤਮਾ ਦੇ ਗੁਣ ਬਹੁਤ ਬੇਅੰਤ ਹਨ। ਇਹ ਤਾਂ ਖਜ਼ਾਨਾ ਸਤਿਗੁਰੂ ਮਹਾਰਾਜ ਨੇ ਬਾਣੀ ਦਾ ਦਿੱਤਾ। ਕਹਿੰਦੇ ਜੇ ਗੁਣ ਹਨ ਤੇ ਉਹਨੇ ਸਾਂਝ ਪਾਉਣੀ ਚਾਹੀਦੀ ਹੈ। ਸਤਿਗੁਰੂ ਜੀ ਦੇ ਬਚਨ ਆਉਂਦੇ, ਕਹਿੰਦੇ ਗੁਣਾ ਕਾ ਹੋਵੇ ਵਾਸੁਲਾ, ਕੱਢ ਬਾਸ ਲੀਜੇ। ਜੇ ਗੁਣ ਹੋਵਣ ਸਾਜਣਾ, ਮਿਲ ਸਾਂਝ ਕਰੀਜੇ। ਵਾਸੁਲਾ ਕਹਿੰਦੇ ਜਿਹੜਾ ਡੱਬਾ ਹੁੰਦਾ ਨਾ, ਜਿਹਦੇ ਵਿੱਚ ਅੱਜ ਦੀ ਭਾਸ਼ਾ 'ਚ ਆਪਾਂ ਬੋਲਦੇ ਹਾਂ ਸੈਂਟ ਵਗੈਰਾ ਰੱਖੇ, ਖੁਸ਼ਬੂ ਤਾਂ ਹੀ ਦੇਣਗੇ ਨੇ ਜੇ ਆਪਾਂ ਡੱਬਾ ਖੋਲਾਂਗੇ। ਡੱਬਾ ਖੋਲ ਕੇ ਸ਼ੀਸ਼ੀ ਦੇ ਵਿੱਚੋਂ ਸੈਂਟ ਲਾਵਾਂਗੇ, ਖੁਸ਼ਬੂ ਲਾਵਾਂਗੇ। ਕਹਿੰਦੇ ਇਸੇ ਤਰ੍ਹਾਂ ਗੁਣਾ ਕਾ ਹੋਵੇ ਵਾਸਲਾ, ਕੱਢ ਬਾਸ ਲੀਜੇ। ਜੇ ਗੁਣ ਹੋਵਣ ਸਾਜਣਾ, ਮਿਲ ਸਾਂਝ ਕਰੀਜੇ। ਕਿਹੜੀ ਸਾਂਝ ਕਰਨੀ? ਫਿਰ ਕਹਿੰਦੇ ਸਾਂਝ ਕਰੀਜੇ ਗੁਣਾ ਕੇਰੀ, ਛੋੜ ਅਵਗਣ ਚੱਲੀਏ। ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮਲੀਏ। ਜਿੱਥੇ ਜਾਏ ਬਈਏ, ਭਲਾ ਕਹੀਏ ਝੋਲ ਅੰਮ੍ਰਿਤ ਪੀਜੇ। ਗੁਣਾ ਕੋ ਹੋਵੇ ਵਾਸਲਾ, ਕੱਢ ਵਾਸ ਲੀਜੇ। ਇਹ ਧਰਮ ਜਿਹੜਾ ਸਿਫਤ ਦਾ ਧਰਮ ਹੈ। ਹਾਂ ਜਿਹੜਾ ਨੇ ਕੀਤੀ ਆ ਨਾ, ਗੁਰੂ ਸਾਹਿਬ ਕਹਿੰਦੇ ਹਨ ਭਾਈ ਉਹ ਪਰਮੇਸ਼ਰ ਅਕਾਲ ਪੁਰਖ ਨੇ ਕਿਰਪਾ ਕਰ ਦਿੱਤੀ, ਤੇ ਉਹ ਸਿਫਤ ਕਰਕੇ ਜਿਨ ਕੀਤੀ ਸੋ ਪਾਰ ਪਿਆ। ਤੇ ਉਹ ਤਾਂ ਪਰਮਾਤਮਾ ਅਕਾਲ ਪੁਰਖ ਦੀ ਬਖਸ਼ਿਸ਼ ਦਾ ਪਾਤਰ ਬਣ ਗਿਆ, ਤੇ ਉਹਦੀ ਇੰਨੀ ਵੱਡੀ ਰਹਿਮਤ ਹੈ। ਆ ਕਿੰਨਾ ਸੋਹਣਾ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ। ਉਹਨਾਂ ਨੇ ਉਦਾਹਰਨਾਂ ਦਿੱਤੀਆਂ ਸਾਧ ਸੰਗਤ ਦੀ। ਕਹਿੰਦੇ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ। ਆੜ ਦਾਮ ਕੋ ਸੀਪਰੋ ਹੋਇਓ ਲਖੀਨਾ। ਅੱਧੀ ਕੌਡੀ ਦਾ ਮਾਵ, ਉਹਨੂੰ ਕੋਈ ਜਾਣਦਾ ਨਹੀਂ ਸੀ। ਕਹਿੰਦੇ ਬੜੀ ਨੀਵੀਂ ਜਾਤ ਦਾ ਹੈ ਤੂੰ। ਜਿਹੜੇ ਬ੍ਰਾਹਮਣ ਸਨ, ਉੱਚੀ ਜਾਤੀ ਦੇ ਲੋਕ ਸਨ, ਪਰ ਪਰਮਾਤਮਾ ਦੇ ਗੁਣਾਂ ਦੇ ਨਾਲ ਅੱਜ ਪੂਰਾ ਸੰਸਾਰ ਭਗਤ ਨਾਮਦੇਵ ਜੀ ਨੂੰ ਜਾਣਦਾ। ਆੜ ਦਾਮ ਕੋ ਸੀਪਰੋ ਹੋਇਓ ਲਖੀਨਾ, ਲੱਖਾਂ ਦਾ ਬਣ ਗਿਆ। ਕੌਡੀ ਕਾ ਲਖ ਹੁਆ ਮੂਲ। ਪਰਮਾਤਮਾ ਨੇ ਕਿਰਪਾ ਕਰ ਦਿੱਤੀ। ਬੁਣਨਾ ਤਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਨੀਚ ਕੁਲਾਹ ਜੁਲਾਰਾ ਭਇਓ ਗੁਣੀ ਗਹੀਰਾ। ਗੁਣਾਂ ਦਾ ਸਾਗਰ ਬਣ ਗਏ। ਕਹਿੰਦੇ ਭਾਈ ਜਿਨ੍ਹਾਂ ਨੇ ਵੀ ਜਪਿਆ, ਰਵਿਦਾਸ ਢਵੰਦਾ ਢੋਰ ਨਿਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆਂ, ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਈਆਂ, ਧੰਨਾ ਵੱਡ ਭਾਗਾ। ਜਿਸ ਵੇਲੇ ਕੁਛ ਚੀਜ਼ ਨੂੰ ਆਪਾਂ ਸਮਝਣ ਦਾ ਯਤਨ ਕਰਦੇ ਆ ਨਾ, ਸ਼ਬਦ ਸਾਹਮਣੇ ਆਇਆ ਸੀ ਉੱਠ ਸ਼ਬਦ ਜਿਹੜਾ ਹੈ। ਉੱਠ ਸ਼ਬਦ ਗੁਰੂ ਰਾਮਦਾਸ ਜੀ ਦਾ ਵੀ ਸ਼ਬਦ ਆਉਂਦਾ, ਪੜ੍ਹਦੇ ਨਾ ਆਪਾਂ। ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਤੇ। ਉੱਠਦੇ ਤਾਂ ਸਾਰੇ ਹੀ ਹੈ। ਜਿਸ ਵੇਲੇ ਬੰਦਾ ਸੁੱਤਾ ਉੱਠਦਾ ਨਾ, ਪਲੰਗ ਤੋਂ ਉੱਠਦਾ ਹੀ ਆ, ਸਾਰੇ ਉੱਠਦੇ ਆ। ਇੱਥੇ ਕਿਹੜੇ ਉੱਠਣ ਦੀ ਗੱਲ ਕੀਤੀ ਹੈ? ਕਹਿੰਦੇ ਅੰਦਰੋਂ ਉੱਠਣਾ ਹੈ, ਅੰਦਰੋਂ ਉੱਠਣਾ। ਇਹ ਭਾਵ ਜਿੱਦਣ ਇਹਨਾਂ ਨੂੰ ਸੁਣਿਆ ਨਾ ਭਗਤ ਧੰਨਾ ਜੀ ਨੇ, ਇਹ ਬਿਦ ਸੁਣ ਕੇ ਜਾਟ ਉੱਠ ਭਗਤੀ ਲੱਗ, ਉੱਠ ਗਿਆ, ਅੰਦਰੋਂ ਜਾਗਿਆ। ਕਹਿੰਦੇ ਨਾ ਫਰੀਦਾ ਉਜੂ ਸਾਜ ਸੁਬੇ ਨਿਵਾਜ ਗੁਜ਼ਾਰ। ਸੋ ਜੋ ਸਿਰ ਸਾਈ ਨਾ ਨਿਵੇ, ਸੋ ਸਿਰ ਕੱਪ ਉਤਾਰ। ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਮ। ਇਹ ਸਿਫਤ ਦਾ ਧਰਮ ਹੈ। ਗੁਰੂ ਮਹਾਰਾਜ ਕਹਿੰਦੇ ਜਿਹੜਾ ਕਰਦਾ ਨਾ ਸਿਫਤ, ਉਹਨੂੰ ਪ੍ਰਮਾਤਮਾ ਪਾਰ ਕਰ ਦਿੰਦਾ, ਬਖਸ਼ਿਸ਼ ਕਰ ਦਿੰਦਾ। ਪਰ ਗਿਣਨਾ ਨਹੀਂ ਹੈ, ਉਹਦੀਆਂ ਸਿਫਤਾਂ ਗਾਉਣੀਆਂ ਹਨ। ਤੇ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਗੁਣ ਕਹਿ ਗੁਣੀ ਸਮਾ ਬਣਿਆ। ਇੱਕ ਨਾ ਕਿਸੇ ਨੇ ਕਹਾਣੀ ਲਿਖੀ ਸਿਰਫ ਸਮਝਣ ਵਾਸਤੇ। ਕਹਿੰਦੇ ਇੱਕ ਵਾਰੀ ਨਾਰਦ ਜਿਹੜਾ ਸੀ ਨਾ,
ਉਹ ਜਾ ਰਿਹਾ ਸੀ, ਕਹਿੰਦਾ ਮੈਂ ਭਗਵਾਨ ਨੂੰ ਮਿਲਣ ਜਾ ਰਿਹਾ। ਰਸਤੇ ਵਿੱਚ ਨਾ ਇੱਕ ਤਪਸਵੀ ਬੈਠਾ ਸੀ ਧੂਣਾ ਬਾਲ ਕੇ। ਉਹ ਕਹਿਣ ਲੱਗਾ ਮੈਂ ਭਗਵਾਨ ਦੇ ਕੋਲ ਜਾ ਰਿਹਾ। ਕਹਿੰਦਾ ਮੇਰਾ ਕੰਮ ਕਰੇਗਾ? ਕਹਿੰਦਾ ਦੱਸ। ਕਹਿੰਦਾ ਭਗਵਾਨ ਨੂੰ ਪੁੱਛੀ ਵੀ ਮੈਨੂੰ ਕਿੰਨਾ ਕੁ ਹੋਰ ਸਮਾਂ ਲੱਗੇਗਾ ਤੇਰੇ ਦਰਸ਼ਨਾਂ ਵਾਸਤੇ, ਮੈਨੂੰ ਕਿੰਨਾ ਕੁ ਸਮਾਂ ਲੱਗੇਗਾ, ਤੇਰੇ ਦਰਸ਼ਨ ਕਦੋਂ ਹੋਣਗੇ? ਕਹਿਣ ਲੱਗਾ ਜੀ ਬਿਲਕੁਲ ਮੈਂ ਪੁੱਛ ਕੇ ਆਊਂਗਾ। ਜਦੋਂ ਨਾਰਦ ਜੀ ਅੱਗੇ ਗਏ ਤੇ ਅੱਗੇ ਇੱਕ ਬੰਦਾ ਨਾ ਕੀਰਤਨੀਆ ਬੈਠਾ ਸੀ। ਉਹ ਇੱਕ ਸਾਜ਼ ਲੈ ਕੇ ਉਹਦੇ ਗੁਣ ਗਾ ਰਿਹਾ ਸੀ, ਸਿਫਤਾਂ ਕਰ ਰਿਹਾ ਸੀ। ਉਹਨੇ ਕੁਛ ਵੀ ਨਹੀਂ ਕਿਹਾ। ਨਾਰਦ ਕਹਿੰਦਾ ਮੈਂ ਤੇਰੇ ਬਾਰੇ ਵੀ ਪੁੱਛ ਕੇ ਆਊਂਗਾ। ਉਹ ਕਹਿਣ ਲੱਗਾ ਕੋਈ ਗੱਲ ਨਹੀਂ। ਉਹਨੇ ਸੁਭਾਵ ਕੋਈ ਗੱਲ ਨਹੀਂ। ਜਦੋਂ ਆਇਆ ਨਾ ਵਾਪਸ ਤੇ ਆ ਕੇ ਉਸ ਤਪਸਵੀ ਨੂੰ ਕਹਿੰਦਾ ਵੀ ਭਗਵਾਨ ਨੇ ਆਖਿਆ ਵੀ ਉਹਨੂੰ ਤਪਸਵੀ ਨੂੰ ਕਹਿੰਦੇ ਵੀ ਜਿਹੜੇ ਦਰਖਤ ਥੱਲੇ ਬੈਠਾ ਨਾ, ਜਿਹੜੇ ਦਰਖਤ ਥੱਲੇ ਬੈਠਾ ਉਹਦੇ ਪੱਤੇ ਗਿਣ ਲਾ, ਜਿੰਨੇ ਪੱਤੇ ਆ ਨਾ ਇੰਨੇ ਜਨਮ ਲੈ ਲਾ, ਫੇਰ ਕਿਤੇ ਜਾ ਕੇ ਮੇਰੇ ਦਰਸ਼ਨ ਹੋਣਗੇ। ਹੁਣ ਕਿੰਨੇ ਪੱਤੇ ਹੁੰਦੇ ਦਰਖਤ ਦੇ? ਉਹਨੂੰ ਗੁੱਸਾ ਆ ਗਿਆ। ਉਹ ਤਪਸਵੀ ਨੇ ਕੀ ਕੀਤਾ, ਪਾਣੀ ਦਾ ਲੋਟਾ ਸੀ ਉਹਦੇ ਕੋਲ, ਉਹ ਜਿਹੜਾ ਧੂਣਾ ਬਾਲ ਕੇ ਬੈਠਾ ਸੀ ਉਹਦੇ ਵਿੱਚ ਪਾ ਦਿੱਤਾ। ਉਹਨੇ ਧੂਣਾ ਬੰਦ ਕਰ ਦਿੱਤਾ ਵੀ ਕਾਹਦਾ ਫਿਰ ਅਸੀਂ ਇੰਨਾ ਕੁਛ ਕਰ ਲਿਆ, ਰੱਬ ਹੱਲੇ ਵੀ ਨਹੀਂ ਆਉਣਾ ਚਾਹੁੰਦਾ ਤੇ ਕੀ ਕਰ ਕਿਹਨੇ ਜਨਮ ਦੇਖਿਆ। ਜਿਹੜਾ ਕੀਰਤਨੀਆ ਸੀ ਨਾ, ਜਿਹੜਾ ਸਿਫਤਾਂ ਕਰਨ ਵਾਲਾ ਸੀ, ਨਾਰਦ ਜੀ ਉਹਦੇ ਕੋਲ ਵੀ ਗਏ ਤੇ ਉਹਨੇ ਤਾਂ ਪੁੱਛਿਆ ਵੀ ਨਹੀਂ ਸੀ, ਉਹਨੇ ਕੋਈ ਸਵਾਲ ਵੀ ਨਹੀਂ ਕੀਤਾ ਸੀ। ਉਹਨੂੰ ਨਾਰਦ ਜੀ ਕਹਿੰਦੇ ਆ ਵੀ ਭਗਵਾਨ ਨੇ ਆਖਿਆ ਹੈ ਵੀ ਜਿਹੜੇ ਦਰਖਤ ਥੱਲੇ ਬੈਠਾ ਨਾ ਮੇਰੇ ਕੀਰਤਨੀਆਂ ਨੂੰ ਕਹਿ ਦੇ ਵੀ ਜਿੰਨੇ ਉਹਦੇ ਪੱਤੇ ਆ, ਪੱਤੇ ਗਿਣ ਲਾ, ਇੰਨੇ ਜਨਮ ਲਏਗਾ ਤਾਂ ਮੇਰੇ ਦਰਸ਼ਨ ਹੋਣਗੇ। ਉਹਨੇ ਆਖਿਆ ਨਾਰਦ ਜੀ ਮੈਂ ਤਾਂ ਪਹਿਲੀ ਗੱਲ ਪੁੱਛਿਆ ਨਹੀਂ ਸੀ, ਤੇ ਜਦੋਂ ਮੈਂ ਸਿਫਤਾਂ ਕਰਦਾ ਨਾ ਤੇ ਮੈਂ ਤਾਂ ਰੋਜ਼ ਦਰਸ਼ਨ ਕਰਦਾ, ਮੈਂ ਤਾਂ ਰੋਜ਼ ਉਹਦੇ ਦਰਸ਼ਨ ਕਰਦਾ। ਤੇ ਗੁਰੂ ਮਹਾਰਾਜ ਕਹਿੰਦੇ ਭਾਈ ਉਹ ਪਰਮਾਤਮਾ ਅਕਾਲ ਪੁਰਖ, ਜਦੋਂ ਅਸੀਂ ਉਹਦੀ ਦੀਦਾਰ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਉਹਦੇ ਦੀਦਾਰ ਹੀ ਆ ਨਾ। ਜਦੋਂ ਭਾਵਨਾ ਦੇ ਨਾਲ ਉਹਦੇ ਨਾਲ ਅਸੀਂ ਜੁੜਦੇ ਹਾਂ ਤੇ ਇਹ ਸਿਫਤ ਦਾ, ਇਹ ਉਸਤਤ ਕਰਨ ਦਾ ਧਰਮ ਹੈ। ਗੁਰੂ ਸਾਹਿਬ ਕਹਿੰਦੇ ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ। ਇਹ ਸਿਫਤ ਦਾ ਗੁਰੂ ਮਹਾਰਾਜ ਕਹਿੰਦੇ ਰਾਹ ਹੈ। ਇਹ ਅਕਾਲ ਪੁਰਖ ਪਰਮੇਸ਼ਰ ਦੀ ਸਲਾਹ, ਉਹਦੀਆਂ ਸਿਫਤਾਂ ਕਰਨ ਦਾ ਧਰਮ ਹੈ। ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਧਰਮ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਦਿਖਿਆ ਆਖ ਬੁਝਾਇਆ। ਹੁਣ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਨੇ ਆਪ ਦਿਖਿਆ ਦਿੱਤੀ ਹੈ, ਜਿਨ੍ਹਾਂ ਨੂੰ ਆਪ ਸਮਝਾ ਦਿੱਤਾ, ਸਿਵਤੀ ਸੱਚ, ਸੱਚ ਦੇ ਚੱਚੇ ਨੂੰ ਸਿਹਾਰੀ ਆ, ਉਹ ਸੱਚ ਦੇ ਵਿੱਚ ਸਮਾਓ, ਉਹ ਸੱਚ ਦੇ ਵਿੱਚ ਲੀਨ ਹੋ ਜਾਂਦੇ। ਦਿਖਿਆ ਆਖ ਬੁਝਾਇਆ ਸਿਵਤੀ ਸੱਚ ਸਮਿਓ, ਤਿਨ ਕੋ ਕਿਆ ਉਪਦੇਸੀ ਹੋਏ ਜਿਨ ਗੁਰ ਨਾਨਕ ਦਿਓ। ਜਿਨ੍ਹਾਂ ਦਾ ਗੁਰੂ ਹੀ ਗੁਰਦੇਵ ਪਰਮਾਤਮਾ ਆਪ ਹੋਵੇ ਨਾ, ਵਾਹਿਗੁਰੂ, ਫਿਰ ਉਹਨਾਂ ਨੂੰ ਉਪਦੇਸ਼ ਕਰਨ ਦੀ ਕੀ ਜ਼ਰੂਰਤ ਹੈ, ਕਿਉਂਕਿ ਉਹ ਸਿਫਤ ਦਿੰਦਾ ਹੀ ਉਹ ਹੈ। ਜੇ ਆਪਾਂ ਉਹਦੇ ਗੁਣ ਗਾ ਰਹੇ ਹਾਂ, ਸੰਗਤ ਕਰਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਉਹ ਕਰਾਉਂਦਾ ਹੀ ਆਪ ਹੈ। ਅੱਜ ਸ਼ਬਦ ਗੁਰੂ ਸਾਹਿਬ ਨੇ ਕਿਹਾ ਨਾ, ਗੁਰੂ ਰਾਮਦਾਸ ਜੀ ਕਹਿੰਦੇ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀ। ਤੁਸੀਂ ਕਿਰਪਾ ਕਰਦੇ ਹੋ ਤਾਂ ਨਾਮ ਧਿਆਇਆ ਜਾ ਸਕਦਾ। ਤੇ ਸਭ ਕਹਿੰਦੇ ਭਾਈ ਜਿਹਦਾ ਪਰਮੇਸ਼ਰ ਹੀ ਗੁਰਦੇਵ ਅਕਾਲ ਪੁਰਖ ਆਪ ਹੈ ਤੇ ਉਹਨੂੰ ਉਪਦੇਸ਼ ਕਰਨ ਦੀ ਕੀ ਜ਼ਰੂਰਤ ਹੈ। ਕਹਿੰਦੇ ਤਿਨ ਕੋ ਕਿਆ ਉਪਦੇਸੀਏ ਜਿਨ ਗੁਰ ਨਾਨਕ ਦਿਓ ਮਹਿਲਾ ਪਹਿਲਾ। ਹੁਣ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆਪ ਬੁਝਾਏ ਸੋਈ ਬੂਝੈ। ਜਿਹਨੂੰ ਆਪ ਸਮਝਾਉਂਦਾ ਹੈ ਨਾ ਉਹੀ ਸਮਝਦਾ ਹੈ। ਆਪ ਬੁਝਾਏ ਸੋਈ ਬੂਝੈ, ਜਿਸ ਆਪ ਸੁਝਾਏ ਤਿਸ ਸਭ ਕੁਝ ਸੂਝੈ। ਜਿਹਨੂੰ ਸੂਝ ਦਿੰਦਾ ਨਾ ਉਹਨੂੰ ਸਾਰੀ ਸੂਝ ਆ ਜਾਂਦੀ। ਇਹ ਹੁਣ ਚੰਗੇ ਕੰਮ ਕਰਨ ਦੀ ਸੂਝ ਆਪੇ ਪਰਮਾਤਮਾ ਦਿੰਦਾ ਨਾ, ਉੱਦਾਂ ਦੀ ਮੱਤ ਬਣਾ ਦਿੰਦਾ ਹੈ, ਉੱਦਾਂ ਦੀ ਬਖਸ਼ਿਸ਼ ਕਰਦਾ ਹੈ। ਜਿਸ ਆਪ ਸੁਝਾਏ ਤਿਸ ਸਭ ਕੁਝ ਸੂਝੇ, ਉਹਨੂੰ ਆਪ ਕਿਰਪਾ ਕਰਦੇ। ਇਸੇ ਕਰਕੇ ਆਪਾਂ ਅਰਦਾਸ ਕਰਦੇ ਹਾਂ, ਹਮੇਸ਼ਾ ਮੈਂ ਬੇਨਤੀ ਕਰਦਾ, ਆਪਾਂ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਮੈਨੂੰ ਸਮਝ ਦੇ ਦਿਓ। ਹੁਣ ਕਈ ਲੋਕ ਕਹਿੰਦੇ ਆ ਵੀ ਅਸੀਂ ਤਾਂ ਸਮਝਦਾਰ ਹਾਂ, ਅਸੀਂ ਤਾਂ ਪੜ੍ਹੇ ਲਿਖੇ ਹਾਂ, ਸਾਨੂੰ ਕਾਹਦੀ ਸਮਝ ਚਾਹੀਦੀ ਹੈ। ਪਰ ਜਿਹੜੀ ਗੁਰੂ ਕੋਲ ਸਮਝ ਹੈ ਨਾ ਉਹ ਸਾਡੇ ਕੋਲ ਨਹੀਂ ਹੈ। ਕਿਹੜੀ ਸਮਝ ਹੈ? ਜਿਹਨੂੰ ਅਸੀਂ ਮੰਗਣਾ ਕਹਿੰਦੇ ਗੁਰਾ ਇੱਕ ਦੇਹ ਬੁਝਾਈ। ਜਿਹੜੀ ਸਾਡੇ ਕੋਲ ਅਕਲ ਨਾ ਉਹ ਬਾਹਰ ਚੱਲਦੀ ਹੈ, ਦੁਨੀਆ ਵਿੱਚ ਚੱਲਦੀ ਹੈ, ਉਹ ਗੁਰੂ ਦੇ ਘਰ ਨਹੀਂ ਚੱਲ ਸਕਦੀ। ਉਹ ਕਿਹੜੀ ਸਮਝ ਦੇ ਦਿਓ? ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਰੱਬ ਇੱਕ ਹੈ ਤੇ ਮੈਨੂੰ
ਭੁੱਲਣਾ ਨਹੀਂ ਚਾਹੀਦਾ। ਪਰ ਜਿਹਨੂੰ ਸਮਝ ਦਿੰਦਾ ਹੈ, ਕਹਿੰਦੇ ਆਪ ਬੁਝਾਏ ਸੋਈ ਬੂਝੈ, ਜਿਸ ਆਪ ਸਜਾਏ ਤਿਸ ਸਭ ਕਿਛ ਸੂਝੈ। ਜਿਹਨੂੰ ਆਪ ਸੂਝ ਦਿੰਦਾ, ਉਹ ਸਾਰੀ ਸੂਝ ਸਮਝਦਾ ਹੈ, ਉਹਦੇ ਉੱਪਰ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ। ਅੱਗੇ ਕਹਿੰਦੇ ਕਹਿ ਕਹਿ ਕਥਣਾ ਮਾਇਆ ਲੂਝੇ। ਹੁਣ ਕਹਿ ਤਾਂ ਰਹੇ, ਮੇਰੇ ਵਰਗੇ ਬਹੁਤ ਕਹਿੰਦੇ ਆ, ਕਥਨ ਤਾਂ ਅਸੀਂ ਬਹੁਤ ਕਰ ਰਹੇ ਹਾਂ, ਰੱਬ ਇੱਦਾਂ ਰੱਬ ਇੱਦਾਂ ਕਹਿੰਦੇ, ਪਰ ਸਾਡਾ ਜਿਹੜਾ ਰਿਜ਼ਲਟ ਕੀ ਹੈ? ਮਾਇਆ ਲੂਝੇ। ਮਾਇਆ ਦੇ ਨਾਲ ਹੀ ਅਸੀਂ ਲੂਝ ਰਹੇ ਹਾਂ। ਕਹਿ ਤਾਂ ਰੱਬ ਦੀਆਂ ਗੱਲਾਂ ਕਹਿ ਰਹੇ ਹਾਂ, ਕਹਿ ਕਹਿ ਕਥਣਾ ਮਾਇਆ ਲੂਝੇ। ਕਥਾ ਕਰਨੀ ਕੋਈ ਮਾੜੀ ਗੱਲ ਨਹੀਂ ਹੈ, ਕੀਰਤਨ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਪਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਸਾਨੂੰ ਪ੍ਰਾਪਤੀ ਕੀ ਹੋਈ ਹੈ, ਸਾਡੇ ਉੱਪਰ ਰਹਿਮਤ ਕੀ ਹੋਈ ਆ, ਅਸੀਂ ਬਖਸ਼ਿਸ਼ ਜੀਵਨ ਦੇ ਵਿੱਚ ਕੀ ਕਮਾਇਆ ਹੈ। ਜਿਨੇ ਤਾਂ ਗੁਰੂ ਸਾਹਿਬ ਕਹਿੰਦੇ ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਪਹਿਲਾਂ ਸਾਨੂੰ ਆਖਿਆ, ਕਹਿੰਦੇ ਪਹਿਲੇ ਮਨ ਪਰ ਬੋਧੇ ਆਪਣਾ, ਪਾਛੇ ਅਵਰ ਰਝਾਵੇ। ਜੇ ਮੇਰਾ ਮਨ ਨਹੀਂ ਮੰਨਿਆ ਤਾਂ ਮੈਂ ਦੂਸਰਿਆਂ ਨੂੰ ਥੋੜ੍ਹੇ ਸਮਝਾ ਸਕਦਾ। ਕਹਿ ਕਹਿ ਕਥਨਾ ਮਾਇਆ ਲੂਝੇ, ਮਾਇਆ ਦੇ ਨਾਲ ਲੂਝਦਾ ਹੈ। ਤੇ ਉਹ ਕਿੱਥੇ? ਹੁਣ ਆਪਾਂ ਲੋਕਾਂ ਨੂੰ ਮਾਇਆ ਬੜੀ ਮਾੜੀ ਹੁੰਦੀ ਹੈ, ਮਾਇਆ ਨੂੰ ਹੱਥ ਨਹੀਂ ਲਾਉਂਦੇ। ਬਾਬਾ ਜੀ ਬੜਾ ਪ੍ਰਚਾਰ ਕਰਦੇ ਆ, ਹੁਣ 50-50 ਲੱਖ ਦੀਆਂ ਗੱਡੀਆਂ 'ਚ ਘੁੰਮਦੇ ਆ, ਤੇ ਸਤਿਗੁਰੂ ਕਹਿੰਦੇ ਕਹਿ ਰਹੇ ਆ, ਕਥਨ ਕਰ ਰਹੇ ਆ, ਪਰ ਮਾਇਆ ਦੇ ਨਾਲ ਲੂਝ ਰਹੇ ਆ। ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਇੱਕ ਡੇਰੇ ਵਿੱਚ ਚਲੇ ਗਏ, ਉੱਥੇ ਬਾਬਾ ਜੀ ਬੜਾ ਆਓ ਭਗਤ ਕੀਤੀ, ਬੜਾ ਸਵਾਗਤ ਹੋਇਆ। ਦੇਖੋ ਜੀ ਇੰਨੇ ਕਮਰੇ ਬਣਾਏ ਯਾਤਰੂਆਂ ਵਾਸਤੇ, ਐਡਾ ਵੱਡਾ ਲੰਗਰ ਘਰ ਹੈ ਜੀ, 24 ਘੰਟੇ ਲੰਗਰ ਚੱਲਦਾ ਹੈ। ਆਹ ਦੇਖੋ ਜੀ ਇੰਨੀਆਂ ਗੱਡੀਆਂ, ਕਾਰ ਸੇਵਾ ਦੀਆਂ ਗੱਡੀਆਂ ਲੱਗੀਆਂ, ਇੰਨੇ ਸਾਡੇ ਕੋਲ ਸੇਵਾਦਾਰ ਹੈ। ਆਹ ਦੇਖੋ ਜੀ ਪੈਟਰੋਲ ਪੰਪ ਵੀ ਆਪਣਾ ਹੀ ਹੈ। ਤੇ ਫਿਰ ਮਸਕੀਨ ਜੀ ਨੇ ਆਖਿਆ, ਫਿਰ ਇਹ ਨਾ ਕਹੋ ਵੀ ਇਹ ਕੋਈ ਗੁਰਦੁਆਰਾ ਜਾਂ ਡੇਰਾ, ਇਹ ਤਾਂ ਫਿਰ ਵਪਾਰ ਦਾ ਸਾਧਨ ਹੋ ਗਿਆ, ਵਪਾਰ ਦਾ ਸਾਧਨ ਹੈ। ਉਹੀ ਡੇਰੇ ਆ ਸਾਧ ਸੰਗਤ ਜੀ, ਉਹੀ ਅੱਜ ਕੱਲ੍ਹ ਠਾਠ ਬਾਠ ਜਿਹੜਾ ਨਾਮ ਬਥੇਰੇ ਰੱਖੇ ਜਾਂਦੇ ਆ। ਕੀ ਕੁਝ ਹੋ ਰਿਹਾ ਉੱਥੇ ਅੰਦਰ ਅੰਦਰਾਂ ਦੇ ਵਿੱਚ, ਕੀ ਕੁਝ ਵਾਪਰਦਾ ਹੈ। ਤੇ ਸਤਿਗੁਰੂ ਨੇ ਸਾਨੂੰ ਤਾਂ ਗੁਰੂ ਦੇ ਦਰ ਨਾਲ ਜੋੜਿਆ ਸੀ, ਉਹਨਾਂ ਨੇ ਆਪਣੇ ਆਪਣੇ ਨਾਲ ਜੋੜ ਲਿਆ। ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਬਹੁਤ ਕੁਝ ਹੈ, ਵਪਾਰ ਬਹੁਤ ਵੱਡਾ ਵਪਾਰ ਕਰਦੇ ਆ, ਪਰ ਕਹਿੰਦੇ ਲੋਕਾਂ ਨੂੰ ਭਾਈ ਕਹਿ ਕੁਛ ਰਹੇ ਆ ਤੇ ਕਰ ਕੁਛ ਰਹੇ ਆ। ਤੇ ਗੱਲ ਤਾਂ ਬਣਨੀ ਆ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ, ਸਾਚੀ ਦ੍ਰਿਸ਼ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਕਹਿ ਕਹਿ ਕਥਨਾ ਮਾਇਆ ਲੂਝੇ, ਹੁਕਮੀ ਸਗਲ ਕਰੇ ਆਕਾਰ। ਉਹਨੇ ਜਿੰਨਾ ਆਕਾਰ ਬਣਾਇਆ ਨਾ, ਉਹਦੇ ਹੁਕਮ ਦੇ ਵਿੱਚ ਬਣਿਆ। ਰੋਜ਼ ਆਪਾਂ ਪੜ੍ਹਦੇ ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਸਗਲ ਆਕਾਰ, ਆਪੇ ਜਾਣੇ ਸਰਬ ਵਿਚਾਰ। ਉਹ ਆਪ ਹੀ ਸਾਰੀ ਵਿਚਾਰ ਨੂੰ ਆਪ ਪਰਮੇਸ਼ਰ ਜਾਣਦਾ। ਅੱਖਰ ਨਾਨਕ ਅਖਿਓ ਆਪ, ਜੋ ਪ੍ਰਮਾਤਮਾ ਨੇ ਅਖਾਇਆ ਹੈ, ਜੋ ਕਹਾਇਆ ਹੈ। ਸਤਿਗੁਰੂ ਕਹਿੰਦੇ ਮੈਂ ਆਖ ਰਿਹਾ, ਅੱਖਰ ਨਾਨਕ ਅਖਿਓ ਆਪ, ਲਹੈ ਭਰਾਤ ਹੋਵੈ ਜਿਸ ਦਾਤ। ਕਹਿੰਦੇ ਭਾਈ ਜਿਹੜਾ ਉਸ ਪਰਮੇਸ਼ਰ ਦੀ ਸਿਫਤ ਦੀ ਦਾਤ ਲੈ ਲੈਂਦਾ ਨਾ, ਉਹਦੇ ਭਰਮ ਖਤਮ ਹੋ ਜਾਂਦੇ। ਲਹੈ ਭਰਾਤ ਹੋਵੈ ਜਿਸ ਦਾਤ। ਸਾਧ ਸੰਗਤ ਜੀ ਜਿਹੜਾ ਮਨੁੱਖ ਨਾ, ਵੈਸੇ ਤਾਂ ਸਾਨੂੰ ਆਪਣਾ ਇੱਕ ਸਹਿਜ ਪਾਠ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ। ਭਾਗਾਂ ਵਾਲੇ ਆਪ ਜ਼ਿਆਦਾ ਵੀ ਕਰਦੇ ਹੋ, ਪਰ ਘੱਟੋ ਘੱਟ ਹਰੇਕ ਸਿੱਖ ਨੂੰ ਇੱਕ ਸਹਿਜ ਪਾਠ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਚਾਹੀਦਾ। ਸੱਚ ਜਾਣੋ, ਗੁਰੂ ਸਾਹਿਬ ਜੀ ਦੇ ਕੋਲ ਬੈਠਾ, ਜੇ ਅਸੀਂ ਇਮਾਨਦਾਰੀ ਦੇ ਨਾਲ ਉਹਨੂੰ ਸਮਝ ਕੇ ਸਹਿਜ ਪਾਠ ਕਰ ਲਿਆ ਨਾ, ਅਸੀਂ 80-90% ਵਹਿਮਾਂ ਭਰਮਾਂ ਤੋਂ ਆਪਣੇ ਆਪ ਛੁੱਟ ਜਾਣ। 80-90%। ਥੋੜ੍ਹੇ ਬਹੁਤਾ ਤਾਂ ਫਿਰ ਆਪਣੀ ਮੱਤ ਆਪਾਂ ਚਲਾ ਹੀ ਲੈਂਦੇ ਨਾ, ਪਰ ਗੁਰੂ ਮਹਾਰਾਜ ਕਿੰਨਾ ਸਮਝਾ ਰਹੇ ਆ। ਆਹ ਕੱਲ੍ਹ ਦਾ ਜਿਹੜਾ ਸ਼ਬਦ ਤੁਸੀਂ ਸੁਣਿਆ ਸੀ, ਜੋ ਸਤਿਗੁਰੂ ਨੇ ਜੈਨੀਆਂ ਬਾਰੇ ਦੱਸਿਆ, ਉਹ ਤਾਂ ਸਿੱਖ ਬਣ ਗਿਆ, ਪਰ ਸਿੱਖ ਸੁਣ ਕੇ ਸਿੱਖ ਨਹੀਂ ਬਣ ਰਹੇ, ਸਿੱਖੀ ਤੋਂ ਦੂਰ ਹੋ ਗਏ। ਅਸੀਂ ਇਹਨੂੰ ਪੂਜਣਾ ਸ਼ੁਰੂ ਕਰ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ, ਪਰ ਇਹਨੂੰ ਸਮਝਿਆ ਨਹੀਂ। ਜੇ ਸਮਝ ਲੈਂਦੇ ਨਾ, ਅੱਜ ਸਾਨੂੰ ਸਾਡੀ ਕੌਮ ਜਿਹੜੀ ਬੜੀ ਚੜ੍ਹਦੀ ਕਲਾ, ਅਸੀਂ ਦੁਨੀਆ ਨੂੰ
ਗੁਰੂ ਨਾਨਕ ਦੇ ਧਰਮ ਨਾਲ ਜੋੜ ਸਕਦੇ ਸੀ। ਹੁਣ ਉਹ ਜੈਨੀ ਜਿਹੜਾ ਉਹ ਸਮਝ ਰਿਹਾ ਕੀ ਨਾ ਕੁਛ ਗੁਰੂ ਸਾਹਿਬ ਨੇ ਸਮਝਾ ਦਿੱਤਾ। ਤੇ ਜਦੋਂ ਉਹਨੇ ਸੁਣਿਆ, ਮੁਖੀਆ ਸੀ, ਤੇ ਉਹ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣ ਗਿਆ। ਵੀ ਜੋ ਵਿਚਾਰਧਾਰਾ ਸੀ, ਰੱਬ ਦੀ ਵਿਚਾਰਧਾਰਾ, ਜੋ ਅਕਾਲ ਪੁਰਖ ਦਾ ਕਾਨੂੰਨ ਹੈ, ਉਹਦੀ ਮਰਜ਼ਾਦਾ ਹੈ, ਉਹਦਾ ਹੁਕਮ ਹੈ, ਜੇ ਉਹਦੇ ਹੁਕਮ ਤੋਂ ਕੋਈ ਬਾਹਰਾ ਕਰ ਰਿਹਾ। ਤੇ ਅੱਜ ਦੇਖੋ ਨਾ, ਇੱਕ ਉਦਾਹਰਨ ਹੈ, ਗ੍ਰਸਥ ਜੀਵਨ ਜਿਹੜਾ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤਾ। ਜਿਹੜੇ ਅੱਜ ਸਾਡੀ ਕੌਮ ਦੇ ਵਿੱਚ ਬਾਬੇ ਪੈਦਾ ਹੋ ਗਏ, ਸਾਡੇ ਬਾਬਾ ਜੀ ਬਹੁਤ ਪਹੁੰਚੇ ਹੋਏ ਆ। ਕਿੱਥੇ ਪਹੁੰਚੇ ਆ? ਬਾਬਾ ਜੀ ਨੇ ਵਿਆਹ ਨਹੀਂ ਕਰਾਇਆ, ਮਤਲਬ ਗੁਰੂ ਨਾਨਕ ਸਾਹਿਬ ਤੋਂ ਵੀ ਵੱਡੇ ਹੋ ਗਏ। ਤੇ ਉਹਨਾਂ ਦੇ ਡੇਰਿਆਂ ਦੇ ਵਿੱਚ ਅੱਜ ਕੀ ਹੋ ਰਿਹਾ? ਅੱਜ ਉਹਨਾਂ ਦੇ ਡੇਰਿਆਂ ਦੇ ਵਿੱਚ ਕੁਕਰਮ ਕੀਤੇ ਜਾ ਰਹੇ ਆ। ਤੇ ਕਿਉਂ ਹੋ ਰਹੇ ਆ? ਕਿਉਂਕਿ ਗੁਰਬਾਣੀ ਨੂੰ ਸਮਝਣ ਦਾ ਯਤਨ ਨਹੀਂ ਕੀਤਾ, ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਆਪਣੇ ਉੱਪਰ ਲਾਗੂ ਨਹੀਂ ਕੀਤਾ। ਤੇ ਅਸੀਂ ਸੰਗਤਾਂ ਨੂੰ ਕੀ ਸਮਝਾਉਣਾ ਸੀ? ਤੇ ਉਹ ਗੱਲ ਸੀ, ਜਦੋਂ ਅਸੀਂ ਬਾਣੀ ਖੁਦ ਪੜ੍ਹਨ ਲੱਗ ਗਏ, ਇਹਨੂੰ ਸਮਝਣ ਦਾ ਯਤਨ ਕਰਦੇ, ਸਾਨੂੰ ਕੋਈ ਭਰਮਾ ਨਹੀਂ ਸਕਦਾ, ਸਾਨੂੰ ਕੋਈ ਭਟਕਾ ਨਹੀਂ ਸਕਦਾ, ਸਾਨੂੰ ਕੋਈ ਕੁਰਾਈ ਨਹੀਂ ਪਾ ਸਕਦਾ, ਜਦੋਂ ਅਸੀਂ ਖੁਦ ਬਾਣੀ ਨੂੰ ਸਮਝਣ ਦਾ ਯਤਨ ਕਰ ਲਿਆ। ਸਤਿਗੁਰੂ ਕਹਿੰਦੇ ਤੁਹਾਡੇ ਭਰਮ ਉਤਰ ਜਾਣਗੇ ਜਦੋਂ ਉਹਦੀ ਦਾਤ ਹੋ ਗਈ, ਜਦੋਂ ਤੁਹਾਨੂੰ ਸਿਫਤ ਦੇ ਦਿੱਤੀ ਨਾ, ਲਹਿ ਭਰਾਤ ਹੋਵੇ ਜਿਸ ਦਾਤ। ਇਹ ਨਹੀਂ ਪ੍ਰਮਾਤਮਾ ਤੁਹਾਨੂੰ ਆਪਣਾ ਸੇਵਕ ਨਹੀਂ ਬਣਾਉਂਦਾ, ਗੁਰੂ ਆਪਣਾ ਸਿੱਖ ਨਹੀਂ ਬਣਾਉਂਦਾ, ਉਹ ਤਾਂ ਤੈਨੂੰ ਆਪਣਾ ਗੁਰੂ ਬਣਾ ਲਏਗਾ। ਬਣਾਇਆ ਸੀ ਭਾਈ ਲਹਿਣੇ ਨੂੰ, ਬਣਾਇਆ ਸੀ ਬਾਬਾ ਅਮਰਦਾਸ ਜੀ ਨੂੰ, ਭਾਈ ਜੇਠਾ ਜੀ ਨੂੰ ਬਣਾਇਆ ਕਿ ਨਹੀਂ ਬਣਾਇਆ? ਇਹ ਬਾਣੀ ਕੋਈ ਜੇ ਸਤਿਗੁਰ ਨੇ ਉਚਾਰਨ ਕੀਤੀ ਆ, ਤੇ ਉਹਦਾ ਗੁਰੂ ਮਹਾਰਾਜ ਨੇ ਪ੍ਰੈਕਟੀਕਲ ਕਰਕੇ ਵੀ ਦਿਖਾਇਆ। ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਅੱਜ ਕਹਿੰਦੇ ਨਾ ਬੈਠਾ ਸੋਢੀ ਪਾਤਸ਼ਾਹ, ਬਣਾਤਾ ਨਾ ਪਾਤਸ਼ਾਹ। ਉਹ ਰਹਿਮਤ ਕਰਦਾ, ਬਖਸ਼ਿਸ਼ ਕਰਦਾ। ਗੁਰੂ ਮਹਾਰਾਜ ਕਹਿੰਦੇ ਜਿਹਦੇ ਉੱਪਰ ਦਾਤ ਕਰ ਦਿੰਦਾ, ਜਿਹਨੂੰ ਸਿਫਤ ਦਿੰਦਾ, ਇਹ ਧਰਮ ਹੀ ਸਿਫਤ ਦਾ ਧਰਮ ਹੈ। ਲਹਿ ਭਰਾਤ ਹੋਵੇ ਜਿਸ ਦਾਤ ਪੌੜੀ, ਹਉ ਢਾਡੀ ਵਿਕਾਰ ਕਾਰੇ ਲਾਇਆ। ਢਾਡੀ ਹੁੰਦਾ ਜਿਹੜਾ ਵਾਰਾਂ ਗਾਉਂਦਾ, ਗੁਣ ਗਾਉਂਦਾ। ਢਾਡੀ ਬਥੇਰੇ ਸੀ, ਪਹਿਲਾਂ ਵੀ ਬਹੁਤ ਸੀ। ਉਹ ਰਾਜੇ ਮਹਾਰਾਜੇ ਦੀਆਂ ਵਾਰਾਂ ਗਾਉਂਦੇ ਸੀ। ਸਤਿਗੁਰੂ ਕਹਿੰਦੇ ਆਓ ਤੁਸੀਂ ਉਹਦੀਆਂ ਵਾਰਾਂ ਗਾਓ, ਜਿਹੜਾ ਪਰਮੇਸ਼ਰ ਅਕਾਲ ਪੁਰਖ ਹੈ। ਕਹਿੰਦੇ ਮੈਂ ਤਾਂ ਬੇਕਾਰ ਜਿਹਾ ਢਾਡੀ ਸੀ, ਮੈਨੂੰ ਕੌਣ ਪੁੱਛਦਾ ਸੀ, ਪਰ ਉਹਨੇ ਮੈਨੂੰ ਕਾਰੇ ਲਾ ਦਿੱਤਾ, ਪ੍ਰਮਾਤਮਾ ਦੀ ਸਿਫਤ ਵਿੱਚ ਲਾ ਦਿੱਤਾ। ਹਉ ਢਾਡੀ ਵਿਕਾਰ ਕਾਰੇ ਲਾਇਆ, ਰਾਤ ਦੇਹ ਕੈ ਬਾਰ ਧੁਰੋਂ ਫਰਮਾਇਆ। ਉਹਨੇ ਆਰਡਰ ਕਰ ਦਿੱਤਾ, ਉਹਨੇ ਹੁਕਮ ਕਰ ਦਿੱਤਾ, ਫਰਮਾਨ ਕਰ ਦਿੱਤਾ, ਤੈਨੂੰ ਮੈਂ ਆਪਣਾ ਢਾਡੀ ਬਣਾਇਆ, ਤੂੰ ਦਿਨ ਰਾਤ ਮੇਰੇ ਗੁਣ ਗਾ। ਰਾਤ ਦਹਿ ਕੈ ਬਾਰ ਧੁਰੋਂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਉਹ ਖਸਮ ਨੇ ਮਹਿਲ ਆਪਣੇ ਟਿਕਾਣੇ ਤੇ ਬੁਲਾ ਲਿਆ। ਸੱਚੀ ਸਿਫਤ ਸਲਾਹ ਕੱਪੜਾ ਪਾਇਆ। ਜਿਹਨਾਂ ਨੂੰ ਆਪਣੀ ਸਿਫਤ ਸਲਾਹ ਦਾ ਕੱਪੜਾ ਦਿੰਦਾ, ਰੋਜ਼ ਆਪ ਜੀ ਸਾਧ ਸੰਗਤ ਜੀ ਬਚਨ ਪੜ੍ਹਦੇ ਹੋ। ਸਭ ਕਹਿੰਦੇ ਭਾਈ ਫੇਰ ਕੇ ਅੱਗਾ ਰੱਖੀਐ, ਜਿਤ ਦਿਸੈ ਦਰਬਾਰ ਮੂੰਹੋਂ ਕਹਿ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ, ਸੱਚ ਨਾਮ ਵਡਿਆਈ ਵਿਚਾਰ। ਕੀ ਮਿਲੇਗਾ? ਕਰਮੀ ਆਵੈ ਕੱਪੜਾ, ਨਦਰੀ ਮੋਖ ਦਵਾਰ। ਤੈਨੂੰ ਸਿਫਤ ਰੂਪੀ ਕੱਪੜਾ ਦੇਵੇਗਾ। ਉਹ ਵੱਖਰੀ ਗੱਲ ਆ ਕਿ ਸ਼ਬਦਾਂ ਦੇ ਅਰਥ ਕਿੱਧਰ ਨੂੰ ਲੈ ਕੇ ਜਾਂਦੇ ਲੋਕ ਆ ਕਰਦੇ ਨਾ, ਪਰਮਾਲਾ ਚੜਾ ਦਿੱਤਾ, ਨਾਲੇ ਪੜ੍ਹਨਾ ਪ੍ਰੇਮ ਬਟੋਲਾ ਤਹਿ ਸਹਿ ਦਿੱਤਾ। ਤੇ ਰੱਬ ਦੇ ਅਸੀਂ ਕੌਣ ਪੜ੍ਹਦੇ ਢੱਕ ਸਕਦੇ ਹਾਂ? ਗੁਰੂ ਦੇ ਢੱਕ ਸਕਦੇ। ਉਹਨੇ ਦਿੱਤਾ ਪ੍ਰੇਮ ਪਟੋਲਾ ਤੈਂ ਸ਼ਹਿ। ਉਹ ਰੱਬ ਨਾ ਸਾਹੂਕਾਰ ਹੈ, ਮਾਲਕ ਹੈ। ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੋ ਪੱਤ ਮੇਰੀ, ਮੇਰੀ ਇੱਜ਼ਤ ਢੱਕਣ ਲਈ ਉਹਨੇ ਮੇਰੀ ਕਿਰਪਾ ਕੀਤੀ। ਤੇ ਉਹ ਰਹਿਮਤ ਕਰਦਾ ਹੈ। ਤੇ ਇਹ ਤਾਂ ਸਾਡੇ ਉੱਪਰ ਬੜੀ ਕਿਰਪਾ ਹੈ, ਜਿਹੜਾ ਗੁਰਬਾਣੀ ਨੂੰ ਵਿਆਕਰਨ ਦੇ ਹਿਸਾਬ ਦੇ ਨਾਲ ਪੜ੍ਹਿਆ ਜਾਂਦਾ। ਬੜਾ ਔਖਾ ਹੁੰਦਾ ਸੀ ਪਿਛਲੇ ਸਮਿਆਂ ਵਿੱਚ। ਅੱਜ ਵੀ ਕਈ ਲੋਕ ਜ਼ੋਰ ਲਾਉਂਦੇ ਲੜੀਵਾਰ, ਠੀਕ ਹੈ, ਜਿਹੜੇ ਸ਼ੁੱਧ ਕਰਦੇ ਆ ਬਹੁਤ ਮੁਬਾਰਕ ਹੈ, ਉਹਦੇ ਉੱਪਰ ਕੋਈ ਕਿੰਤੂ ਪਰੰਤੂ ਨਹੀਂ ਹੈ। ਪਰ ਜੋ ਵਿਆਕਰਨ ਬਣਾਈ ਹੈ, ਅੱਜ ਉਸ ਮਹਾਨ ਵਿਦਵਾਨ ਨੱਥੂ ਰਾਮ ਤੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਬਣੇ, ਜਿਹੜੇ ਹਿੰਦੂ ਧਰਮ ਦੇ ਵਿੱਚ ਪੈਦਾ ਹੋ ਕੇ, ਜਿਨ੍ਹਾਂ ਨੇ ਜਿੱਦਣ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਿਆ ਤੇ ਉਹਨਾਂ ਨੂੰ ਸਮਝ ਆਈ। ਜਪਜੀ ਸਾਹਿਬ ਪੜ੍ਹਿਆ ਸੀ, ਨਾਨਕ ਸ਼ਬਦ ਆਇਆ। ਨਾਨਕ ਕਦੇ ਕੱਕੇ ਦੇ ਥੱਲੇ ਔਂਕੜ ਨਹੀਂ ਹੈ, ਕਿਸੇ ਦੇ ਥੱਲੇ ਔਂਕੜ ਹੈ, ਕਿਸੇ ਦੇ ਸਿਹਾਰੀ ਹੈ, ਇਹਦਾ ਮਤਲਬ ਹੈ ਨਾ ਕੋਈ। ਤੇ ਫਿਰ ਉਹਨਾਂ ਨੇ ਵਿਆਕਰਨ ਐਡੀ ਵੱਡੀ ਤਿਆਰ ਕਰ ਦਿੱਤੀ। ਤੇ ਅੱਜ ਪੂਰੀ ਕੌਮ ਜਿਹੜੀ ਹੈ
ਉਹਨਾਂ ਤੋਂ ਸੇਧ ਲੈਂਦੀ ਹੈ। ਅੱਜ ਬਹੁਤ ਤਿਆਰੀ ਕੀਤੀ ਜਾਂਦੀ, ਅੱਜ ਬਹੁਤ ਅਸੀਂ ਅੱਗੇ ਤਾਂ ਬਹੁਤ ਮਿਹਨਤ ਹੁੰਦੀ ਸਾਧ ਸੰਗਤ ਦੀ, ਅੱਜ ਬਹੁਤ ਕੁਝ ਸਾਨੂੰ ਨੇੜੇ ਹੋ ਕੇ ਮਿਲ ਗਿਆ, ਪਰ ਬਹੁਤ ਵੱਡੀ ਮਿਹਨਤ ਆ ਉਸ ਮਹਾਨ ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਨ੍ਹਾਂ ਦੇ ਇੱਕੋ ਪੁੱਤਰ ਸੀ ਉਹਨਾਂ ਦਾ, ਕਿ ਆਪ ਜੀ ਜਾਣਦੇ ਮੈਂ ਡਾਕਟਰ ਦਲਜੀਤ ਸਿੰਘ, ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨਾਂ ਦਾ ਅੱਖਾਂ ਦਾ ਬਹੁਤ ਵੱਡਾ ਹਸਪੀਟਲ ਹੈ, ਅਤੇ ਬਹੁਤ ਮਤਲਬ ਹਾਲੇ ਵੀ ਸ਼ਾਇਦ ਹੈਗੇ ਆ। ਅਤੇ ਉਸ ਸਮੇਂ ਦੇ ਵਿੱਚ ਡਾਕਟਰ ਦਲਜੀਤ ਸਿੰਘ, ਉਹਨਾਂ ਦੀ ਸ਼ਾਦੀ ਸੀ ਇਕੱਲੇ ਪੁੱਤਰ ਦੀ, ਉਹ ਨਹੀਂ ਗਏ ਸੀ ਵਿਆਹ ਦੇ ਵਿੱਚ, ਬਰਾਤ ਵਿੱਚ ਨਹੀਂ ਗਏ ਸੀ। ਆਖਰੀ 10 ਵੋਲਿਊਮ ਲਿਖੇ ਸੀ ਵਿਆਕਰਨ ਦੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਰਥਾਂ ਦੇ, ਆਖਰੀ 'ਚ ਲਿਖਦੇ ਸੀ, ਕਹਿੰਦੇ ਕਿਤੇ ਮੈਂ ਮਰ ਨਾ ਜਾਵਾਂ, ਪੂਰਾ ਕਰਕੇ ਜਾਵਾਂ, ਤੂੰ ਚਲੇ ਜਾਓ ਬਰਾਤ ਲੈ ਕੇ। ਇੱਦਾਂ ਦੀ ਸ਼ਖਸੀਅਤ, ਜਿਹਦਾ ਅੱਜ ਜਨਮ ਦਿਨ ਵੀ ਹੈ, ਅਤੇ ਜਿਨ੍ਹਾਂ ਨੇ ਸਾਨੂੰ ਬੜਾ ਸੌਖਾ ਤਰੀਕਾ ਦੱਸ ਦਿੱਤਾ। ਅਤੇ ਜਿਹੜੇ ਕਹਿੰਦੇ ਨਾ ਵੀ ਵਿਆਕਰਨ ਦੀ ਲੋੜ ਨਹੀਂ, ਅਸੀਂ ਅਰਥ ਕਰ ਹੀ ਨਹੀਂ ਸਕਦੇ ਜਿੰਨੇ ਤੱਕ ਵਿਆਕਰਨ ਨੂੰ ਅਸੀਂ ਨਹੀਂ ਸਮਝਦੇ। ਅਤੇ ਮਹਾਨ ਉਹਨਾਂ ਨੇ ਕਿਰਪਾ ਸਾਡੇ 'ਤੇ ਕੀਤੀ ਹੈ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਉਹ ਪਰਮੇਸ਼ਰ ਦਾ ਨਾਮ ਜਿਹੜਾ ਆਤਮਿਕ ਜੀਵਨ ਦੇਣ ਵਾਲਾ, ਉਹ ਭੋਜਨ ਮਿਲਿਆ। ਕਹਿੰਦੇ ਗੁਰਮਤੀ ਖਾਧਾ ਰੱਜ, ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਰੱਜ ਕੇ ਖਾਧਾ ਨਾ, 3 ਸੁੱਖ ਪਾਇਆ, ਉਹਨਾਂ ਨੇ ਆਤਮਿਕ ਸੁੱਖ ਪ੍ਰਾਪਤ ਕਰ ਲਿਆ। ਢਾਡੀ ਕਰੇ ਪਸਾਓ, ਸ਼ਬਦ ਬਜਾਇਆ। ਪਸਾਓ ਦੇ ਅਰਥ ਪ੍ਰੋਫੈਸਰ ਸਾਹਿਬ ਜੀਤ ਸਿੰਘ ਨੇ ਬਹੁਤ ਸੋਹਣੇ ਕੀਤੇ ਆ। ਕਹਿੰਦੇ ਜਿੱਦਾਂ ਆਪਾਂ ਕੜਾਹ ਪ੍ਰਸਾਦ ਭੇਟਾ ਕਰਦੇ, ਫਿਰ ਉਹ ਪ੍ਰਸਾਦ ਸਾਨੂੰ ਮਿਲਦਾ ਹੈ। ਕਹਿੰਦੇ ਜਦੋਂ ਆਪਾਂ ਉਹਦੇ ਅੱਗੇ ਸਿਫਤ ਕੀਤੀ, ਉਹਨੇ ਸਾਡੇ ਉੱਪਰ ਦਾਤ ਦਿੱਤੀ, ਇਹਨੂੰ ਕਹਿੰਦੇ ਪਸਾਓ, ਮਤਲਬ ਟੁੱਟ ਕੇ ਰਹਿਮਤ ਕਰਕੇ ਸਾਡੇ ਉੱਪਰ ਉਹ ਬਖਸ਼ਿਸ਼ ਕਰਦਾ ਹੈ। ਢਾਡੀ ਕਰੇ ਪਸਾਓ, ਤਾਂ ਕਹਿੰਦੇ ਮੈਂ ਸ਼ਬਦ ਵਜਾਇਆ, ਨਾਨਕ ਸੱਚ ਸਲਾਹ ਪੂਰਾ ਪਾਇਆ। ਅਤੇ ਉਹਦੀ ਸਲਾਹਣਾ ਕਰਕੇ, ਸਿਫਤ ਕਰਕੇ, ਫਿਰ ਬੇਨਤੀ ਕਰਦੇ ਹਾਂ, ਗੁਰੂ ਨਾਨਕ ਦਾ ਧਰਮ ਜਿਹੜਾ ਸਿਫਤ ਦਾ ਧਰਮ ਹੈ, ਸਿਫਤਾਂ ਲੋਕਾਂ ਦੀਆਂ ਨਹੀਂ, ਅਕਾਲ ਪੁਰਖ ਦੀਆਂ ਸਿਫਤਾਂ ਦਾ ਧਰਮ ਹੈ। ਅਤੇ ਸਿਫਤ ਉਹ ਕਰਦਾ ਜਿਹਨੂੰ ਦਿੰਦਾ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਅਤੇ ਜਿਹੜਾ ਕਰ ਲੈਂਦਾ, ਨਾਨਕ ਪਾਤਸ਼ਾਹ। ਗੁਰੂ ਮਹਾਰਾਜ ਕਹਿੰਦੇ ਭਾਈ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਜਦੋਂ ਸਿਫਤਾਂ ਕਰਾਂਗੇ ਮਨ ਵਿੱਚ ਨਾਮ ਵਸੇਗਾ, ਅਤੇ ਨਾਮ ਜਿਨ ਕੇ ਮਨ ਵਸਿਆ, ਬਾਜੇ ਸ਼ਬਦ ਕਨੇਰੇ। ਕਿੱਡੀ ਕਿਰਪਾ ਹੋਏਗੀ, ਰਹਿਮਤ ਹੋਏਗੀ। ਨਾਨਕ ਸੱਚ ਸਲਾਹ ਪੂਰਾ ਪਾਇਆ, ਅਤੇ ਜਿਨ੍ਹਾਂ ਨੇ ਪੂਰੇ ਨੂੰ ਪ੍ਰਾਪਤ ਕਰ ਲਿਆ, ਪੂਰਾ ਤਾਂ ਮਿਲਦਾ, ਪੂਰਾ ਪ੍ਰਭ ਅਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਜਿਸ ਤਰ੍ਹਾਂ ਮੈਂ ਸਭ ਤੋਂ ਪਹਿਲਾਂ ਬੇਨਤੀ ਕੀਤੀ ਹੈ, ਇਹ 27 ਪੌੜੀਆਂ ਦੇ ਨਾਲ ਸਲੋਕ ਸਨ। ਇਹ ਮਾਝ ਕੀ ਵਾਰ ਹੈ, ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ। ਅੱਜ ਇਹਦੀ ਸਮਾਪਤੀ ਨਾਲ ਹੀ ਮਾਝ ਰਾਗ ਦੀ ਸਮਾਪਤੀ ਹੈ। ਕੱਲ੍ਹ ਤੋਂ ਗੌੜੀ ਰਾਗ ਦੀ ਆਰੰਭਤਾ ਹੋ ਰਹੀ ਹੈ। ਹੁਣ ਤੁਸੀਂ ਦਰਸ਼ਨ ਕਰ ਸਕਦੇ ਹੋ। 27 ਤੋਂ ਬਾਅਦ ਇੱਕ ਜਗ੍ਹਾ ਲਿਖਿਆ ਸੁਧ। ਸਾਨੂੰ ਕਈ ਵੇਲੇ ਭੁਲੇਖਾ ਪੈਂਦਾ, ਇਹ ਬਾਣੀ ਹੈ, ਪੜ੍ਹਨਾ ਚਾਹੀਦਾ, ਨਹੀਂ ਪੜ੍ਹਨਾ ਚਾਹੀਦਾ। 15 ਵਾਰੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਸ਼ੁੱਧ, ਇੱਕ ਵਾਰੀ ਲਿਖਿਆ ਸ਼ੁੱਧ ਕੀਚੇ। ਜਿਸ ਵੇਲੇ ਸਰੂਪ ਲਿਖੇ ਜਾਂਦੇ ਸਨ, ਉਸ ਵੇਲੇ ਉਸ ਤੋਂ ਬਾਅਦ ਚੈੱਕ ਕੀਤਾ ਜਾਂਦਾ ਹੈ, ਅਤੇ ਜਿਹੜਾ ਸਹੀ ਹੁੰਦਾ ਸੀ ਉਹ ਲਿਖ ਦਿੰਦੇ ਸ਼ੁੱਧ, ਅਤੇ ਜਿੱਥੇ ਥੋੜ੍ਹਾ ਬਹੁਤਾ ਫਰਕ ਸੀ ਉੱਥੇ ਲਿਖਿਆ ਸ਼ੁੱਧ ਕੀਚੇ, ਇਹਨੂੰ ਮਤਲਬ ਠੀਕ ਕਰ ਦਿਓ। ਅਤੇ ਇਹ ਗੁਰਬਾਣੀ ਦਾ ਹਿੱਸਾ ਨਹੀਂ ਹੈ। ਜਿਹਦਾ ਇੱਕ ਸ਼ਬਦ ਤੁਸੀਂ ਪੜ੍ਹਦੇ ਜੁਮਲਾ, ਜੁਮਲੇ ਦਾ ਅਰਥ ਹੁੰਦਾ ਗਿਣਤੀ ਹੈ। ਅਤੇ ਜੇ ਆਪਾਂ ਸ਼ੁੱਧ ਪੜ੍ਹਨਾ, ਫਿਰ ਅੱਗੇ ਗਿਣਤੀ ਵੀ ਪੜ੍ਹਨੀ ਚਾਹੀਦੀ ਹੈ। ਅਤੇ ਇਸ ਕਰਕੇ ਜੋ ਭਾਵਨਾ ਜਿਹੜੀ ਸਤਿਗੁਰੂ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਮੇਰੇ ਇੱਕ ਹੋਰ ਵੀ ਗੱਲ ਆ ਰਹੀ, ਪਰਸੋਂ ਹੀ ਕਿਸੇ ਨੇ ਸਵਾਲ ਕੀਤਾ ਸੀ, ਫਿਰ ਜਵਾਬ ਵੀ ਦੇ ਰਹੇ ਸੀ, ਪਰ ਮੇਰੇ ਇੱਕ ਹੋਰ ਜਵਾਬ ਆਇਆ ਸੀ ਵੀ ਸ਼ੁੱਧ, ਜੋ ਸ਼ੁੱਧ ਪਾਠ, ਜੋ ਸ਼ੁੱਧ ਉਚਾਰਨ ਗੁਰੂ ਸਾਹਿਬ ਕਰ ਸਕਦੇ ਆ, ਉਹ ਅਸੀਂ ਨਹੀਂ ਕਰ ਸਕਦੇ। ਅਸੀਂ ਗਲਤੀਆਂ ਕਰਕੇ ਕਹਿ ਦਈਏ ਸ਼ੁੱਧ, ਅਤੇ ਬਹੁਤ ਵੱਡੀ ਅਵੱਗਿਆ ਹੋਏਗੀ ਨਾ। ਅਤੇ ਭਾਵ ਇਹ ਹੈ ਕਿ ਚਲੋ ਜੇ ਪੜ੍ਹ ਲਿਆ ਤਾਂ ਵੀ ਠੀਕ ਆ, ਨਹੀਂ ਪੜ੍ਹਿਆ ਤਾਂ ਵੀ ਠੀਕ ਆ, ਪਰ ਇਹ ਬਾਣੀ ਦਾ ਹਿੱਸਾ ਨਹੀਂ ਹੈ। ਗੁਰੂ ਮਹਾਰਾਜ ਕਿਰਪਾ ਕਰਨ। 150 ਅੰਕ ਤੱਕ ਇਹ ਮਾਝ ਰਾਗ ਸਮਾਪਤੀ ਹੈ। ਅੱਗੇ ਗੁਰੂ ਮਹਾਰਾਜ ਕਿਰਪਾ ਕਰਨਗੇ, ਆਪ ਜੀ ਦਾ ਸਹਿਯੋਗ ਰਹੇਗਾ। ਇਸੇ ਤਰ੍ਹਾਂ ਆਪਾਂ ਅਗਲੇ ਸ਼ਬਦਾਂ ਦੀ ਵਿਚਾਰ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਦੇ ਉੱਪਰ ਇਸੇ ਤਰ੍ਹਾਂ ਰਹਿਮਤਾਂ ਭਰਿਆ ਹੱਥ ਰੱਖਣ। ਸਾਧ ਸੰਗਤ ਜੀ ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।